ਹੈਲੋ ਦੋਸਤੋ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਜੀਕੇ ਤੇ। ਦੋਸਤੋ, ਅੱਜ ਆਪਾਂ ਆਪਣੇ ਗੱਲ ਕਰਾਂਗੇ ਪਵਿੱਤਰ ਪਾਪੀ ਨਾਵਲ ਦੇ ਚੌਥੇ ਪਾਰਟ ਦੀ। ਤਾਂ ਦੋਸਤੋ, ਜਿਹੜਾ ਆਪਣੇ ਪਵਿੱਤਰ ਪਾਪੀ ਦਾ ਚੌਥਾ ਪਾਰਟ ਹੈ, ਇਹਦੇ ਵਿੱਚ ਆਪਾਂ ਗੱਲ ਕਰਾਂਗੇ ਪਵਿੱਤਰ ਪਾਪੀ ਦੇ 6ਵੇਂ ਤੇ 7ਵੇਂ ਅਧਿਆਏ ਦੀ। ਤਾਂ ਦੋਸਤੋ, ਜਿਹੜਾ 6ਵਾਂ ਅਧਿਆਏ ਹੈ, ਇਹਦੇ ਵਿੱਚ ਲੇਖਕ ਨੇ ਜਾਂ ਨਾਟਕਕਾਰ ਨੇ ਜਾਂ ਨਾਵਲਕਾਰ ਨੇ ਇਹਦੇ ਵਿੱਚ ਜਿਹੜਾ ਪੰਨਾ ਲਾਲ ਦੇ ਘਰ ਦੀ ਸਥਿਤੀ ਹੈ ਉਹਨੂੰ ਦਰਸਾਇਆ ਕਿ ਜਦੋਂ ਪੰਨਾ ਲਾਲ ਘਰੋਂ ਬਾਹਰ ਚਲਾ ਗਿਆ ਸੀ, ਉਦੋਂ ਬਾਅਦ ਉਹਦੇ ਘਰ ਦਾ ਕੀ ਹਾਲ ਸੀ ਤੇ ਉਹਨਾਂ ਦੇ ਬਾਰੇ ਦੱਸਿਆ ਗਿਆ ਹੈ। ਤਾਂ ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਨਾਵਲ ਦੀ। ਤਾਂ ਦੋਸਤੋ, ਕਈ ਵਾਰ ਐਸਾ ਹੁੰਦਾ ਹੈ ਕਿ ਭਵਿੱਖ ਵਿੱਚ ਵਾਪਰਨ ਵਾਲੀ ਕਿਸੇ ਦੁਰਘਟਨਾ ਦਾ ਨਿੰਮਾ ਜਿਹਾ ਚਾਵਲਾ ਸਾਨੂੰ ਵਰਤਮਾਨ ਵਿੱਚੋਂ ਕਿਸੇ ਨਾ ਕਿਸੇ ਸ਼ਕਲ ਵਿੱਚ ਪੈਣ ਲੱਗ ਪੈਂਦਾ ਹੈ। ਪੰਨਾ ਲਾਲ ਜਦ ਕੰਮ ਤੇ ਜਾਣ ਲਈ ਘਰੋਂ ਨਿਕਲਿਆ ਸੀ ਤਾਂ ਮਾਇਆ ਬੂਹੇ ਵਿੱਚ ਖੜੋਤੀ ਜਦ ਤੋੜੀ ਉਹ ਉਸ ਨੂੰ ਨਜ਼ਰ ਆਉਂਦਾ ਰਿਹਾ, ਉਸ ਦੀ ਪਿੱਠ ਵੇਖਦੀ ਰਹੀ। ਇੱਕ ਵਾਰੀ ਦੌੜ ਕੇ ਪਤੀ ਨੂੰ ਆਵਾਜ਼ ਮਾਰਨ ਲਈ ਉਸ ਦਾ ਦਿਲ ਚਾਹਿਆ, ਪਰ ਕਾਹਦੇ ਲਈ? ਇਹੋ ਸੋਚ ਕੇ ਉਹ ਰੁਕ ਗਈ। ਜਿਉਂ-ਜਿਉਂ ਵਕਤ ਬੀਤਦਾ ਗਿਆ, ਮਾਇਆ ਦੇ ਦਿਲ ਦੀ ਪਰੇਸ਼ਾਨੀ ਵੱਧਦੀ ਹੀ ਗਈ। ਵੈਸੇ ਤਾਂ ਪਰੇਸ਼ਾਨੀ ਨੇ ਕਦੇ ਵੀ ਉਸ ਦਾ ਖਹਿੜਾ ਨਹੀਂ ਸੀ ਛੱਡਿਆ, ਪਰ ਅੱਜ ਦੀ ਪਰੇਸ਼ਾਨੀ ਕੁਝ ਅਨੋਖੀ ਤਰ੍ਹਾਂ ਦੀ ਸੀ। ਉਸ ਨੂੰ ਆਪਣਾ ਦਿਲ ਘਟਦਾ ਮਾਲੂਮ ਹੁੰਦਾ ਸੀ। ਅੱਗੇ ਉਹ ਪੰਨਾ ਲਾਲ ਦੇ ਚਲੇ ਜਾਣ ਤੋਂ ਬਾਅਦ ਨਹਾ ਧੋ ਕੇ ਕੰਘੀ ਪੱਟੀ ਕਰਕੇ ਘਰ ਦੇ ਕੰਮਾਂ ਵਿੱਚ ਰੁੱਝ ਜਾਂਦੀ ਸੀ, ਪਰ ਅੱਜ ਉਸਨੇ ਕਿਸੇ ਕੰਮ ਨੂੰ ਹੱਥ ਨਹੀਂ ਲਾਇਆ। ਵੀਣਾ ਨੂੰ ਥੋੜੇ ਬਹੁਤ ਕੰਮ ਸਮਝਾ ਕੇ ਉਹ ਅੰਦਰ ਜਾ ਕੇ ਮੰਜੇ ਤੇ ਲੰਮੀ ਪੈ ਗਈ। ਕਈ ਤਰ੍ਹਾਂ ਦੇ ਦਿਲ ਢਾਉਣ ਤੇ ਬੇਸਿਰ ਪੈਰ ਖਿਆਲ ਉਸਦੇ ਅੰਦਰ ਉੱਠ ਕੇ ਉਸਦੀ ਘਬਰਾਹਟ ਵਿੱਚ ਵਾਧਾ ਕਰੀ ਜਾ ਰਹੇ ਸਨ। ਰੋਟੀ ਵੇਲਾ ਹੋ ਗਿਆ। ਵੀਣਾ ਨੇ ਰਿੰਨ ਪਕਾ ਕੇ ਰਸੋਈ ਤਿਆਰ ਕਰ ਲਈ। ਮਾਇਆ ਨੇ ਚਾਹਿਆ ਕਿ ਸਦਾ ਵਾਂਗ ਉਹ ਉੱਠ ਕੇ ਬੱਚਿਆਂ ਨੂੰ ਰੋਟੀ ਖਵਾਏ, ਪਰ ਉਹ ਉੱਠ ਨਾ ਸਕੀ। ਇਹ ਕੰਮ ਵੀ ਅੱਜ ਵੀਣਾ ਨੂੰ ਹੀ ਕਰਨਾ ਪਿਆ। ਮਾਇਆ ਹਮੇਸ਼ਾ ਪਤੀ ਨੂੰ ਖਵਾ ਕੇ ਆਪ ਖਾਂਦੀ ਹੁੰਦੀ ਸੀ। ਪੰਨਾ ਲਾਲ 12 ਤੋਂ 1 ਵਜੇ ਦੇ ਦਰਮਿਆਨ ਘਰ ਆ ਜਾਇਆ ਕਰਦਾ ਸੀ, ਪਰ ਅੱਜ ਜਦਕਿ ਉਹ 1-2 ਵਜੇ ਤੱਕ ਵੀ ਨਾ ਆਇਆ ਤਾਂ ਮਾਇਆ ਦੀ ਬੇਆਰਾਮੀ ਹੋਰ ਵੱਧ ਗਈ। ਉਹ 2-2, 4-4 ਮਿੰਟਾਂ ਮਗਰੋਂ ਉੱਠ ਕੇ ਬਾਹਰ ਬੂਹੇ ਵਿੱਚ ਜਾ ਖੜੋਤੀ। ਕਦੀ ਬਸੰਤ ਨੂੰ ਤੇ ਕਦੀ ਵਿਦਿਆ ਨੂੰ ਬਾਹਰ ਘੱਲਦੀ, ਪਰ ਹਰ ਵਾਰ ਉਹਨੂੰ "ਪਾਪਾ ਜੀ ਅਜੇ ਨਹੀਂ ਆਏ" ਵਿੱਚ ਹੀ ਉੱਤਰ ਮਿਲਦਾ। ਉਡੀਕਦਿਆਂ 3 ਵੱਜ ਗਏ, ਫਿਰ 4 ਵੱਜ ਗਏ। ਮਾਇਆ ਉਸੇ ਤਰ੍ਹਾਂ ਭੁੱਖੀ ਭਾਣੀ ਬੈਠੀ ਰਹੀ। ਅਜੇ ਵੀ ਉਸਦਾ ਖਿਆਲ ਸੀ ਕਿ ਉਸਦਾ ਪਤੀ ਹੁਣੇ ਆਖਿਆ ਕਿ ਆਇਆ। ਅੱਗੇ ਕਈ ਵਾਰ ਅਜਿਹਾ ਹੁੰਦਾ ਸੀ ਕਿ ਪੰਨਾ ਲਾਲ ਨੂੰ ਕੰਮ ਦੀ ਬਹੁਲਤਾ ਕਰਕੇ 3-4 ਵੀ ਵੱਜ ਜਾਂਦੇ ਸਨ। 2-4 ਵਾਰੀ ਤਾਂ ਦੁਪਹਿਰ ਦੀ ਰੋਟੀ ਬਾਜ਼ਾਰੋਂ ਖਾ ਕੇ ਪੰਨਾ ਲਾਲ ਰਾਤੀ ਹੱਟੀ ਬੰਦ ਕਰਕੇ ਹੀ ਘਰ ਆਇਆ ਸੀ। ਅੱਜ ਵੀ ਮਾਇਆ ਦਾ ਕੁਝ ਇਸੇ ਤਰ੍ਹਾਂ ਦਾ ਖਿਆਲ ਸੀ। ਪਰਸੋਂ ਚੌਥੇ ਹੀ ਪੰਨਾ ਲਾਲ ਉਸਨੂੰ ਕਹਿ ਰਿਹਾ ਸੀ ਕਿ ਅੱਜਕੱਲ ਮੈਨੂੰ 2 ਆਦਮੀਆਂ ਜਿੰਨਾ ਕੰਮ ਕਰਨਾ ਪੈਂਦਾ ਹੈ, ਪਰ ਪਤਾ ਨਹੀਂ ਕਿਉਂ ਅੱਜ ਵਰਗੇ ਹਾਲਾਤ ਮਾਇਆ ਦੀ ਅੱਗੇ ਕਦੇ ਨਹੀਂ ਸੀ ਹੋਈ। ਅਖੀਰ ਉਡੀਕ ਕੇ ਸ਼ਾਮ ਹੋ ਗਈ ਤੇ ਉਸ ਤੋਂ ਬਾਅਦ ਰਾਤ, ਪਰ ਪੰਨਾ ਲਾਲ ਨਾ ਪਰਤਿਆ। ਰਾਤ ਦੀ ਰੋਟੀ ਦਾ ਵੇਲਾ ਵੀ ਖੁੰਝ ਚੁੱਕਾ ਸੀ। ਹੁਣ ਤਾਂ ਮਾਇਆ ਦਾ ਇੱਕ ਮਿੰਟ ਕਿਆਮਤ ਵਰਗਾ ਬੀਤਣ ਲੱਗਾ। ਅਖੀਰ ਉਸਨੇ ਵੀਣਾ ਨੂੰ ਦੁਕਾਨ ਤੇ ਭੇਜਿਆ। ਉਹ ਬਸੰਤ ਨੂੰ ਲੈ ਕੇ ਚਲੀ ਗਈ ਤੇ ਚੋਖੀ ਦੇਰ ਲਾ ਕੇ ਮੁੜੀ, ਪਰ ਖਾਲੀ। ਵੇਖਦਿਆਂ ਹੀ ਮਾਇਆ ਦੇ ਦਿਲ ਦੀ ਧੜਕਨ ਹੋਰ ਤੇਜ਼ ਹੋ ਗਈ, ਤੇ ਜਦ ਵੀਣਾ ਨੇ ਪੰਨਾ ਲਾਲ ਦੇ ਬੰਬਈ ਚਲੇ ਜਾਣ ਦੀ ਗੱਲ ਉਸਨੂੰ ਸੁਣਾਈ ਤਾਂ ਉਸਦੇ ਦਿਲ ਨੂੰ ਕੁਛ ਖਲੋਤ ਹੋਈ, ਪਰ ਬੇਆਰਾਮੀ ਦੇ ਥਾਂ ਉਹਨੂੰ ਹੀ ਉਸ ਦੀ ਹੈਰਾਨੀ ਵਧਣ ਲੱਗੀ। ਉਹ ਕੌਣ ਸੀ ਜਿਸਨੇ ਇਹ ਸਾਰੇ ਪਤੇ ਦੱਸੇ ਨੇ? ਮਾਇਆ ਨੂੰ ਪਤਾ ਸੀ ਕਿ ਸਰਦਾਰ ਦੀ ਹੱਟੀ ਤੇ ਉਸਦੇ ਪਤੀ ਤੋਂ ਬਿਨਾਂ ਹੋਰ ਕੋਈ ਨੌਕਰ ਨਹੀਂ। ਹਾਂ, ਇਤਨਾ ਉਸ ਨੂੰ ਪਤਾ ਸੀ ਕਿ ਸਰਦਾਰ ਦੇ ਕਮਿਸ਼ਨ ਉੱਤੇ 1-2 ਏਜੰਟ ਜ਼ਰੂਰ ਰੱਖੇ ਹੋਏ ਹਨ,
ਜਿਹੜੇ ਬਾਹਰ ਜਾ ਕੇ ਮਾਲ ਦੇ ਆਰਡਰ ਲਿਆਇਆ ਕਰਦੇ ਸਨ, ਪਰ ਉਹ ਰਹਿੰਦੇ ਆਪੋ ਆਪਣੇ ਘਰ ਹੀ ਸਨ। ਉਸ ਨੇ ਵੀਣਾ ਨੂੰ ਪੁੱਛਿਆ, ਵੀਣਾ ਉਹ ਕੌਣ ਸੀ? ਕੋਈ ਓਪਰਾ ਜਿਹਾ, ਕਿਹੋ ਜਿਹਾ? ਪਤਲਾ ਜਿਹਾ, ਗੋਰਾ ਜਿਹਾ, ਲਿੱਸਾ ਜਿਹਾ? ਮਾਇਆ ਨੇ ਹੋਰ ਕੁਛ ਨਾ ਪੁੱਛਿਆ। ਉਸ ਦੀ ਇਹ ਰਾਤ ਬੜੀ ਕਸ਼ਟਾਂ ਭਰੀ ਬੀਤੀ। ਉਹ ਬੇਸਬਰੀ ਨਾਲ ਦਿਨ ਚੜ੍ਹਨ ਦੀ ਉਡੀਕ ਕਰਨ ਲੱਗੀ। ਵੀਣਾ ਨੇ ਉਸ ਨੂੰ ਦੱਸਿਆ ਸੀ ਕਿ ਉਹ ਆਦਮੀ ਸਵੇਰੇ ਖੁਦ ਆ ਕੇ ਪਾਪਾ ਜੀ ਦੇ ਬਾਬਤ ਬਾਕੀ ਗੱਲ ਦੱਸੇਗਾ। ਦਿਨ ਚੜ੍ਹਿਆ। ਮਾਇਆ ਅੱਗੇ ਨਾਲੋਂ ਅਗੇਤਰੀ ਹੀ ਜਾ ਕੇ ਘਰ ਦੀ ਸਫਾਈ ਵਿੱਚ ਰੁੱਝ ਗਈ। ਬਾਲਾਂ ਨੂੰ ਉਸਨੇ ਸਵਖਤੇ ਹੀ ਨੁਹਾ ਧੁਆ ਕੇ ਟਿਚਨ ਕਰ ਛੱਡਿਆ। ਸ਼ਾਇਦ ਇਹ ਸਭ ਕੁਝ ਉਸ ਓਪਰੇ ਆਦਮੀ ਦੇ ਕਾਰਨ ਸੀ। 7:30 ਵਜੇ ਦਾ ਵੇਲਾ ਸੀ ਜਦ ਬਾਹਰੋਂ ਕਿਸੇ ਨੇ ਵੀਣਾ ਦਾ ਨਾਂ ਲੈ ਕੇ ਆਵਾਜ਼ ਦਿੱਤੀ। ਮਾਇਆ ਇਸ ਵੇਲੇ ਮੰਜੇ ਤੇ ਲੇਟੀ ਸੀ ਤੇ ਵੀਣਾ ਰਸੋਈ ਵਿੱਚ ਪੋਚਾ ਫੇਰ ਰਹੀ ਸੀ। ਆਪਣਾ ਨਾਂ ਸੁਣਦਿਆਂ ਹੀ ਵੀਣਾ ਪੋਚੇ ਵਾਲੀ ਲੀਰ ਨੂੰ ਚੁੱਲ੍ਹੇ ਦੀ ਨੁੱਕਰ ਵਿੱਚ ਰੱਖਦੀ ਹੋਈ ਝਟਪਟ ਹੱਥ ਧੋ ਕੇ ਬਾਹਰ ਦੌੜ ਗਈ। ਦੂਜੇ ਪਲ ਹੀ ਉਹ ਕਿਦਾਰ ਨੂੰ ਲੈ ਕੇ ਮਾਂ ਦੇ ਪਾਸ ਪਹੁੰਚੀ। ਮਾਇਆ ਅੱਗੇ ਹੀ ਉਸ ਦੀ ਆਵਾਜ਼ ਸੁਣ ਕੇ ਅੰਦਰਲੇ ਕਮਰੇ ਦੇ ਬੂਹੇ ਵਿੱਚ ਖਲੋਤੀ ਸੀ। ਵੀਣਾ ਨੂੰ ਨੰਗੇ ਸਿਰਫ ਪੇਟੀਕੋਟ ਝੱਗੀ ਵਿੱਚ ਵੇਖ ਕੇ ਜ਼ਰਾ ਕੋੜੇਰੀ ਆਵਾਜ਼ ਵਿੱਚ ਕਹਿਣ ਲੱਗੀ, ਜਾ ਤੂੰ ਕੰਮ ਕਰ ਜਾ ਕੇ। ਵੀਣਾ ਚਲੀ ਗਈ ਤੇ ਮਾਇਆ ਨੇ ਸਿਰ ਦਾ ਪੱਲਾ ਨੀਵਾਂ ਕਰਕੇ ਨਮਸਤੇ ਦੇ ਉੱਤਰ ਵਿੱਚ ਹੱਥ ਜੋੜੇ। ਫਿਰ ਉਸਨੂੰ ਅੰਦਰ ਲੈ ਜਾ ਕੇ ਇੱਕ ਕੁਰਸੀ ਤੇ ਬਿਠਾ ਦਿੱਤਾ ਤੇ ਆਪ ਜ਼ਰਾ ਹਟ ਕੇ ਭੁੰਜੇ ਬੈਠ ਗਈ। ਨਹੀਂ ਬੀਬੀ ਜੀ, ਤੁਸੀਂ ਭੁੰਜੇ ਨਾ ਬੈਠੋ, ਕਹਿੰਦੇ ਹੋਏ ਕਿਦਾਰ ਕੁਰਸੀ ਤੋਂ ਉੱਠ ਖੜੋਤਾ। ਉਸਦੀ ਨਿਮਰਤਾ ਤੇ ਲਿਹਾਜ਼ਦਾਰੀ ਦਾ ਮਾਇਆ ਦੇ ਦਿਲ ਉੱਤੇ ਮਿੱਠਾ ਜਿਹਾ ਅਸਰ ਪਿਆ ਤੇ ਉਹ ਬਹੁਤੀ ਖਿੱਚੀ ਤੋਂ ਬਚਣ ਲਈ ਲਾਂਗਲੇ ਮੰਜੇ ਤੇ ਬੈਠ ਗਈ। ਉਧਰ ਵੀਣਾ ਨੇ ਪੋਚੇ ਦਾ ਜਿੰਨਾ ਕੁ ਕੰਮ ਰਹਿੰਦਾ ਸੀ ਧੂਹ ਘਸੀਟ ਕੇ ਝਟਪਟ ਖਤਮ ਕਰ ਲਿਆ ਤੇ ਕੱਪੜਾ ਲੱਤਾ ਠੀਕ ਕਰਕੇ ਮੁੜ ਉਸੇ ਕਮਰੇ ਵਿੱਚ ਆ ਕੇ ਮਾਂ ਦੇ ਕੋਲ ਬੈਠ ਗਈ। ਕਿਦਾਰ ਨੂੰ ਪਤਾ ਸੀ ਕਿ ਜਾਂਦਿਆਂ ਹੀ ਉਸ ਉੱਤੇ ਕਿਹੋ ਜਿਹੇ ਸਵਾਲ ਹੋਣਗੇ ਤੇ ਉਹ ਇਹ ਵੀ ਸੋਚਦਾ ਆਇਆ ਸੀ ਕਿ ਉਹਨਾਂ ਸਵਾਲਾਂ ਦੇ ਉੱਤਰ ਵਿੱਚ ਉਸਨੇ ਕੀ ਕਹਿਣਾ ਹੋਊਗਾ। ਇਸ ਲਈ ਉਸਨੇ ਆਪ ਹੀ ਗੱਲ ਸ਼ੁਰੂ ਕਰ ਦਿੱਤੀ। ਵੀਣਾ ਨੂੰ ਰਾਤੀ ਮੈਂ ਦੱਸਿਆ ਸੀ ਕਿ ਇਹਨਾਂ ਦੇ ਪਾਪਾ ਜੀ ਨੂੰ ਅਚਾਨਕ ਬੰਬਈ ਜਾਣਾ ਪੈ ਗਿਆ। ਤੁਸੀਂ ਜਾਣਦੇ ਹੋ ਬੀਬੀ ਜੀ, ਨੌਕਰੀ ਭਾਵੇਂ ਬਾਦਸ਼ਾਹ ਦੀ ਹੋਵੇ, ਫਿਰ ਵੀ ਆਖਰ ਨੌਕਰੀ ਹੈ। ਇਸ ਤਰ੍ਹਾਂ ਬਗੈਰ ਘਰ ਵਿੱਚ ਖਬਰ ਕੀਤਿਆਂ ਚਲੇ ਜਾਣਾ ਕਿੱਡੀ ਹੈਰਾਨੀ ਵਾਲੀ ਗੱਲ ਹੈ, ਪਰ ਮਾਲਕਾਂ ਦਾ ਹੁਕਮ ਵੀ ਤੇ ਨਹੀਂ ਮੋੜਿਆ ਜਾ ਸਕਦਾ। ਮੈਂ ਕੱਲ ਹੀ ਬੰਬਈਓਂ ਆਇਆ ਹਾਂ। ਉੱਥੇ ਇੱਕ ਕੰਪਨੀ ਨਾਲ ਏਜੰਸੀ ਬਾਰੇ ਕੁਝ ਝਗੜਾ ਜਿਹਾ ਮੁਕਾਉਣ ਵਾਲਾ ਸੀ। ਨਾਲੇ ਕਈ ਸਾਲਾਂ ਦਾ ਹਿਸਾਬ ਸਾਫ਼ ਕਰਨਾ ਬੜਾ ਜ਼ਰੂਰੀ ਸੀ। ਜਲਦੀ ਇਸ ਕਰਕੇ ਕਰਨੀ ਪਈ ਕਿ ਲਾਹੌਰ ਦਾ ਇੱਕ ਹੋਰ ਵਪਾਰੀ ਉਸ ਕੰਪਨੀ ਦੀ ਏਜੰਸੀ ਲੈਣ ਲਈ ਕੋਸ਼ਿਸ਼ ਕਰ ਰਿਹਾ ਹੈ। ਸਰਦਾਰ ਹੋਰਾਂ ਸੋਚਿਆ ਐਸਾ ਨਾ ਹੋਵੇ ਕਿ ਕੰਪਨੀ ਦਾ ਕੰਮ ਹੱਥੋਂ ਚਲਾ ਜਾਵੇ, ਇਸ ਕਰਕੇ ਉਹਨਾਂ ਨੂੰ ਤਟ-ਫਟ ਭੇਜਣਾ ਪੈ ਗਿਆ। ਕਿਦਾਰ ਦੇ ਪਹਿਲੇ ਪ੍ਰਭਾਵ ਨੇ ਮਾਇਆ ਦੇ ਸਾਰੇ ਫਿਕਰ ਦੂਰ ਕਰ ਦਿੱਤੇ। ਉਸ ਦੀ ਮਿੱਠੀ ਬੋਲੀ, ਨਮਰ ਤੱਕਣੀ ਤੇ ਦਿਲ ਖਿੱਚਵੀਂ ਸੂਰਤ ਨੇ ਜਿਵੇਂ ਮਾਇਆ ਦਾ ਅੱਧਾ ਦੁੱਖ ਦਰਦ ਵੰਡਾ ਲਿਆ। ਉਹ ਬੋਲੀ, ਇਹ ਤੇ ਭਰਾ ਜੀ ਕੋਈ ਗੱਲ ਨਹੀਂ, ਮਾਲਕਾਂ ਦਾ ਹੁਕਮ ਮੰਨਣਾ ਸਾਡਾ ਧਰਮ ਏ, ਪਰ ਮੈਨੂੰ ਬਹੁਤਾ ਫਿਕਰ ਤੇ ਇਸ ਗੱਲ ਦਾ ਸੀ ਕਿ ਨਾ ਕੋਈ ਕੱਪੜਾ ਨਾ ਬਿਸਤਰਾ, ਖਾਲੀ ਹੱਥੀਂ। ਗੱਲ ਟੋਕ ਕੇ ਕਿਦਾਰ ਬੋਲਿਆ, ਸਭ ਕੁਝ ਲੈ ਗਏ ਨੇ, ਮੇਰਾ ਇੱਕ ਬਿਸਤਰਾ ਫਾਲਤੂ ਸੀ, ਕੱਪੜੇ ਵੀ ਲੋੜੀਂਦੇ ਮੇਰੇ ਸੂਟਕੇਸ ਵਿੱਚੋਂ ਨਿਕਲ ਆਏ ਸਨ। ਮੈਂ ਤਿੰਗੋਜੋਰੀ ਬਿਸਤਰਾ ਤੇ ਸੂਟਕੇਸ ਉਹਨਾਂ ਦੇ ਨਾਲ ਟਾਂਗੇ ਵਿੱਚ ਰੱਖ ਦਿੱਤਾ। ਅਜੀਬ ਸੰਤ ਲੋਕ ਨੇ, ਅਖੇ ਇਹਨਾਂ ਚੀਜ਼ਾਂ ਦੀ ਕੀ ਲੋੜ ਹੈ? ਭਲਾ ਬੀਬੀ ਜੀ, ਪਰਦੇਸ ਵਿੱਚ ਗੁਜ਼ਾਰਾ ਹੁੰਦੇ ਕੱਪੜਿਆਂ ਬਗੈਰ? ਕਿਦਾਰ ਦਾ ਹਰ ਇੱਕ ਗੱਲ ਜਿਵੇਂ ਮਾਇਆ ਦੇ ਜ਼ਖਮਾਂ ਉੱਤੇ ਫਏ ਦਾ ਕੰਮ ਕਰਦੀ ਜਾ ਰਹੀ ਸੀ। ਉਸ ਦਾ ਦਿਲ ਇਸ ਭਲੇ ਆਦਮੀ ਨੂੰ ਅਸੀਸਾਂ ਦੇ ਰਿਹਾ ਸੀ। ਤੁਸਾਂ ਬੜੀ ਖੇਚਲ ਕੀਤੀ ਏ ਭਰਾ ਜੀ। ਮਾਇਆ ਦੀ ਅੱਖਾਂ ਵਿੱਚੋਂ ਉਸ ਓਪਰੇ ਨੌਜਵਾਨ ਲਈ ਸਰਦਾ ਢੁੱਲ ਰਹੀ ਸੀ। ਆਪਣੇ ਕੱਪੜੇ ਦੇ ਕੇ ਤੁਸੀਂ ਕਿੱਡੇ ਔਖੇ ਹੋ ਗਏ। ਨਹੀਂ ਬੀਬੀ ਜੀ, ਮੈਨੂੰ ਜ਼ਰਾ ਵੀ ਔਖਾਈ ਨਹੀਂ, ਪਰ ਕਿਤਨੇ ਕੁ ਦਿਨ ਉਹਨਾਂ ਨੂੰ ਰਹਿਣਾ ਪਵੇਗਾ ਬੰਬਈ, ਸ਼ਾਇਦ ਹਫ਼ਤਾ ਇੱਕ ਲੱਗ ਹੀ ਜਾਵੇ।
ਜੇ ਤੇ ਤੁਸੀਂ ਕਦੋਂ ਆਏ ਉੱਥੋਂ? ਮੈਂ ਕੱਲ ਹੀ ਆਇਆ। ਜਦ ਤੱਕ ਪੰਨਾ ਲਾਲ ਹੋਰੀ ਨਹੀਂ ਆਉਂਦੇ ਉਹਨਾਂ ਦੀ ਥਾਂ ਮੈਨੂੰ ਹੀ ਦੁਕਾਨ ਤੇ ਰਹਿਣਾ ਪਵੇਗਾ। ਤੇ ਤੁਸੀਂ ਹੱਟੀ ਤੇ ਥੜੇ ਤੇ ਕਿਉਂ ਸੁੱਤੇ ਹੋ? ਅਜੇ ਮਕਾਨ ਦਾ ਇੰਤਜ਼ਾਮ ਨਹੀਂ ਹੋ ਸਕਿਆ, ਸ਼ਾਇਦ ਕੱਲ ਤੱਕ ਕੋਈ ਲੱਭ ਜਾਵੇ। ਤੇ ਤੁਸਾਂ ਘਰ ਆ ਜਾਣਾ ਸੀ ਨਾ। ਇਸੇ ਤਰ੍ਹਾਂ ਪਰਦੇਸੀਆਂ ਵਾਂਗ ਤੁਸੀਂ ਥੜੇ ਤੇ ਸੌਂ ਰਹੇ। ਕੋਈ ਗੱਲ ਨਹੀਂ ਬੀਬੀ ਜੀ, ਮੈਂ ਬੜੇ ਆਰਾਮ ਵਿੱਚ ਰਿਹਾ ਹਾਂ। ਮਕਾਨ ਕਿੰਨੇ ਕੁ ਕਿਰਾਏ ਦਾ ਲੈਣ ਦੀ ਸਲਾਹ ਜੇ? ਇਹੋ 4-5 ਰੁਪਏ ਮਹੀਨੇ ਦਾ। ਇਤਨੇ ਕਿਰਾਏ ਵਾਲਾ ਮਕਾਨ ਤੇ ਇਹ ਸਾਡੇ ਗੁਆਂਢ ਵਿੱਚ ਹੀ ਵਿਹਲਾ ਪਿਆ ਹੈ। 5 ਰੁਪਏ ਮੰਗਦੇ ਨੇ, 4 ਤੱਕ ਲੈ ਲੈਣਗੇ। ਜੇ ਮੇਰੇ ਵਾਸਤੇ ਇੰਨੀ ਖੇਚਲ ਕਰ ਸਕੋ ਤਾਂ। ਖੇਚਲ ਦੀ ਕਿਹੜੀ ਗੱਲ ਏ ਭਰਾ ਜੀ, ਮੈਂ ਅੱਜ ਹੀ ਪਤਾ ਕਰ ਲਵਾਂਗੀ। ਮਕਾਨ ਦੀ ਮਾਲਕਣ ਬੜੀ ਚੰਗੀ ਹੈ, ਵੇਖ ਲਿਓ ਜਾ ਕੇ, ਤੁਹਾਡੇ ਪਸੰਦ ਆ ਜਾਵੇ। ਮੇਰੀ ਪਸੰਦ ਹੀ ਪਸੰਦ ਹੈ ਬੀਬੀ ਜੀ। ਕਿਦਾਰ ਨੇ ਜੇਬ ਵਿੱਚੋਂ ਬਟੂਆ ਕੱਢਿਆ ਤੇ ਉਸ ਵਿੱਚੋਂ 5 ਦਾ ਨੋਟ ਜਿਹੜਾ ਇੱਕੋ ਸੀ ਕੱਢ ਕੇ ਮਾਇਆ ਨੂੰ ਫੜਾਉਂਦਿਆਂ ਉਸ ਕਿਹਾ, ਇਹ ਲਿਓ, ਮਹੀਨੇ ਦਾ ਕਿਰਾਇਆ ਪੇਸ਼ਗੀ ਦੇ ਦੇਣਾ। ਪੇਸ਼ਗੀ ਦੇਣ ਦੀ ਲੋੜ ਨਹੀਂ ਭਰਾ ਜੀ, ਤੁਸੀਂ ਰੱਖੋ, ਕਹਿ ਕੇ ਮਾਇਆ ਨੇ ਨੋਟ ਉਸਨੂੰ ਮੋੜ ਦਿੱਤਾ। ਕਿਦਾਰ ਨੇ ਉਸਨੂੰ ਫਿਰ ਬਟੂਏ ਵਿੱਚ ਰੱਖ ਲਿਆ। ਤਾਂ ਵੀ ਤੁਸੀਂ ਮਕਾਨ ਨੂੰ ਇੱਕ ਵਾਰੀ ਝਾਤੀ ਮਾਰ ਲੈਂਦੇ ਤਾਂ ਚੰਗਾ ਹੁੰਦਾ। ਕਹਿਣ ਤੋਂ ਬਾਅਦ ਮਾਇਆ ਨੇ ਵੀਣਾ ਵੱਲ ਤੱਕਿਆ। ਜਾ ਖਾਂ ਵੀਣਾ, ਮਾਈ ਇੰਦੋ ਕੋਲ ਕੁੰਜੀ ਲੈ ਕੇ ਭਰਾ ਜੀ ਨੂੰ ਮਕਾਨ ਵਿਖਾ ਲਿਆ। ਕਿਦਾਰ ਨੂੰ ਮਕਾਨ ਵਿਖਾ ਕੇ ਜਦ ਵੀਣਾ ਵਾਪਸ ਮੁੜੀ ਤਾਂ ਮਾਂ ਨੂੰ ਕਹਿਣ ਲੱਗੀ, ਬੇਜੀ ਪਤਾ ਜੇ ਕਿੰਨੇ ਪੜ੍ਹੇ ਹੋਏ ਨੇ ਇਹ? BA ਪਾਸ ਨੇ ਬੇਜੀ। ਵੀਣਾ ਦੇ ਚਿਹਰੇ ਤੇ ਜਿਵੇਂ ਕੋਈ ਫਕਰ ਜਿਹਾ ਝਲਕ ਰਿਹਾ ਸੀ। ਝੂਠੀ ਨਾ ਹੋਵੇ ਤੇ? ਮਾਇਆ ਨੇ ਹੱਸ ਕੇ ਜਵਾਬ ਦਿੱਤਾ। ਦੇਵੀ ਦੀ ਸਹੁੰ ਬੇਜੀ, ਉਹਨਾਂ ਦੇ ਬਟੂਏ ਤੋਂ ਮੈਂ ਆਪ ਪੜ੍ਹਿਆ ਸੀ। ਕੀ ਲਿਖਿਆ ਹੋਇਆ ਸੀ ਬਟੂਏ ਉੱਤੇ? ਲਿਖਿਆ ਹੋਇਆ ਸੀ ਕਿਦਾਰ BA। ਅੱਛਾ, ਮਾਇਆ ਨੇ ਹੈਰਾਨੀ ਨਾਲ ਕਿਹਾ। ਵੇਖਣ ਨੂੰ ਕਿੱਡਾ ਸਾਦਾ ਮੁਰਾਦਾ ਲੱਗਦਾ ਵੇ। ਅੱਜਕੱਲ BA ਪਾਸਾਂ ਦੀ ਤੇ ਕਿਧਰੇ ਮਿਜਾਜ ਹੀ ਨਹੀਂ ਮਿਉਂਦੀ। ਮੈਂ ਉਹਨਾਂ ਦੇ ਕਮਰੇ ਦੀ ਸਫਾਈ ਕਰਾਵਾਂ ਜਾ ਕੇ, ਕਹਿ ਕੇ ਤੇ ਬਿਨਾਂ ਉੱਤਰ ਉਡੀਕਦਿਆਂ ਵੀਣਾ ਰਸੋਈ ਵਿੱਚੋਂ ਬੋਕਰ ਲੈ ਕੇ ਬਾਹਰ ਨਿਕਲ ਗਈ। ਤੁਹਾਨੂੰ ਇੱਕ ਗੱਲ ਦੱਸਾਂ ਬੇਜੀ, ਕਿ ਮਾਸਟਰ ਹੋਰੀ ਨਾ ਕਈ ਵਾਰੀ ਪੜ੍ਹਾਉਂਦੇ ਰੋਣ ਲੱਗ ਪੈਂਦੇ ਨੇ। ਆਹੋ ਬੇਜੀ, ਸੁਦੈਣ ਨਾ ਹੋਵੇ ਤੇ? ਸੱਚੀ ਬੇਜੀ, ਮੈਂ ਕਈ ਵਾਰੀ ਵੇਖਿਆ ਵੇ ਉਹਨਾਂ ਨੂੰ ਰੋਂਦਿਆਂ। ਪਰ ਕਿਉਂ, ਕਿਹੜੀ ਗੱਲੋਂ? ਕੀ ਪਤਾ, ਤੇ ਤੂੰ ਪੁੱਛਣਾ ਸੀ ਨਾ। ਮੈਨੂੰ ਬੇਜੀ ਆਪ ਹੀ ਰੋਣਾ ਆ ਜਾਂਦਾ ਵੇ ਉਹਨਾਂ ਵੱਲ ਤੱਕ ਕੇ। ਝੱਲੀ ਤਾਂ ਤੂੰ ਕੁਛ ਆਖਿਆ ਹੋਣਾ ਵੇ ਕਿ? ਦੇਵੀ ਦੀ ਸਹੁੰ ਬੇਜੀ, ਮੈਂ ਤੇ ਕਦੇ ਵੀ ਕੁਛ ਨਹੀਂ ਆਖਿਆ। ਮੈਂ ਪਾਪਾ ਜੀ ਦੀਆਂ ਗੱਲਾਂ ਪਈ ਕਰਦੀ ਸਾਂ ਤੇ ਉਹ ਰੋਣ ਲੱਗ ਪਏ। ਆਪਣੇ ਵੱਲੋਂ ਤੇ ਉਹ ਬੜਾ ਲੁਕਾ ਕਰਦੇ ਨੇ, ਪਰ ਮੈਂ ਏਡੀ ਅਵਾਣੀ ਤੇ ਨਹੀਂ ਨਾ ਬੇਜੀ। ਭਲਾ ਜਿਹੜਾ ਰੋਵੇ ਉਸਦੀਆਂ ਅੱਖਾਂ ਨਹੀਂ ਲਾਲ ਹੋ ਜਾਂਦੀਆਂ? ਪੁੱਛੀ ਤੇ ਸਹੀ, ਕਿਉਂ ਰੋਂਦੇ ਨੇ? ਇੱਕ ਵਾਰੀ ਛੱਡ ਕੇ ਕਿੰਨੀ ਵਾਰੀ ਪੁੱਛ ਥੱਕੀ ਆਂ। ਉਹ ਹੋਰ ਗੱਲਾਂ ਵਿੱਚ ਹੀ ਟਾਲ ਛੱਡਦੇ ਨੇ। ਹੱਟੀ ਚਲੇ ਗਏ ਨੇ ਹੁਣ ਤੇ ਮੈਂ ਘਰ ਛੱਡ ਕੇ ਆਈ ਹਾਂ, ਖਬਰੇ ਚਲੇ ਗਏ ਹੋਣੇ। ਜਾ ਖਾਂ ਸੱਦ ਲਿਆ ਨੇ ਜਰਾ, ਮੈਂ ਹੀ ਪੁੱਛ ਵੇਖਾਂ। ਚੰਗਾ, ਕਹਿ ਕੇ ਵੀਣਾ ਝਟਪਟ ਦੌੜ ਗਈ। ਸਰਦਾਰ ਅਤਰ ਸਿੰਘ ਪਾਸ ਨੌਕਰੀ ਕਰਨ ਨੌਕਰ ਹੋਇਆ ਕਿਦਾਰ ਨੂੰ ਮਹੀਨੇ ਤੋਂ ਉੱਪਰ ਹੋ ਗਿਆ। ਇਸ ਥੋੜੇ ਸਮੇਂ ਵਿੱਚ ਹੀ ਮਾਲਕ ਉਸ ਉੱਤੇ ਇੰਨਾ ਨਿਹਾਲ ਹੋ ਗਿਆ ਕਿ ਦੁਕਾਨ ਦਾ ਸਾਰਾ ਕਾਰੋਬਾਰ ਉਸਨੇ ਕਿਦਾਰ ਨੂੰ ਸੌਂਪ ਦਿੱਤਾ। ਕਿਦਾਰ ਦੀ ਇਮਾਨਦਾਰੀ, ਸਿਆਣਪ ਤੇ ਮਿਹਨਤਕਸ਼ੀ ਨੇ ਅਤਰ ਸਿੰਘ ਦੇ ਦਿਲ ਨੂੰ ਇੱਥੋਂ ਤੱਕ ਜਿੱਤ ਲਿਆ ਕਿ ਉਸਨੇ ਕੁੰਜੀ ਜੰਦਰਾ ਤੱਕ ਉਸਦੇ ਹਵਾਲੇ ਕਰ ਦਿੱਤਾ ਹੈ। ਘੜੀਸਾਜੀ ਦੇ ਕੰਮ ਵਿੱਚੋਂ ਕਿਦਾਰ ਰੋਜ਼ 4-5 ਰੁਪਏ ਕਮਾ ਲੈਂਦਾ ਹੈ ਤੇ ਇਹ ਸਾਰੀ ਖੱਟੀ ਉਹ ਬਿਨਾਂ ਇੱਕ ਪੈਸੇ ਦੀ ਹੇਰਾਫੇਰੀ ਤੋਂ ਰੋਜ਼ ਰਾਤ ਨੂੰ ਮਾਲਕ ਦੇ ਹੱਥ ਤੇ ਰੱਖ ਦਿੰਦਾ ਹੈ। ਅੰਨਾ ਕੀ ਭਾਲੇ 2 ਅੱਖਾਂ। ਅਤਰ ਸਿੰਘ ਨੂੰ ਇਹੋ ਜਿਹਾ ਨੌਕਰ ਕਿੱਥੋਂ ਲੱਭਣਾ ਸੀ, ਜਿਹੜਾ ਚੁੰਨੀ ਲੈ ਕੇ ਉਸ ਦੇ ਬਦਲੇ ਰੁਪਇਆ ਮੋੜ ਦੇਵੇ। ਦੂਜੇ ਮਹੀਨੇ ਆਪ ਹੀ ਉਸਨੇ ਕਿਦਾਰ ਦੀ ਤਨਖਾਹ 25 ਤੋਂ 40 ਕਰ ਦਿੱਤੀ। ਇੱਧਰ ਪੰਨਾ ਲਾਲ ਦੇ ਗੁਆਂਢ ਰਹਿ ਕੇ ਉਹਨਾਂ ਦੇ ਘਰ ਵਿੱਚ
केदार इन्ना रच गया कि जिवें उन्हां दे ही टब्बर विचों होए। हर 5वें-7वें दिन ਉਹ ਆਪ ਹੀ ਇੱਕ ਚਿੱਠੀ ਪੰਨਾ ਲਾਲ ਵੱਲੋਂ ਲਿਖ ਕੇ ਮਾਇਆ ਨੂੰ ਆ ਦੱਸਦਾ। ਉਹਨਾਂ ਦੀ ਚਿੱਠੀ ਆਈ ਹੈ ਤੇ ਫਿਰ ਉਸ ਨੂੰ ਪੜ੍ਹ ਕੇ ਸੁਣਾ ਦਿੰਦਾ। ਚਿੱਠੀਆਂ ਵਿੱਚੋਂ ਜੋ ਕੁਝ ਸਮੇਂ ਦੀ ਲੋੜ ਅਨੁਸਾਰ ਲਿਖਣਾ ਉਸ ਨੂੰ ਜ਼ਰੂਰੀ ਭਾਸਦਾ ਲਿਖ ਦਿੰਦਾ, ਪਰ ਚਿੱਠੀ ਉਹ ਉਸ ਵੇਲੇ ਮਾਇਆ ਨੂੰ ਸੁਣਾਉਂਦਾ ਜਦੋਂ ਵੀਣਾ ਕੋਲ ਨਹੀਂ ਸੀ ਹੁੰਦੀ। ਉਹ ਜਾਣਦਾ ਸੀ ਕਿ ਵੀਣਾ ਅਵੱਸ਼ ਹੀ ਆਪਣੇ ਪਿਓ ਦੇ ਅੱਖਰਾਂ ਨੂੰ ਪਹਿਚਾਣ ਸਕਦੀ ਹੋਵੇਗੀ। ਵੀਣਾ ਨੂੰ ਹਿਸਾਬ ਵਿੱਚ ਕਮਜ਼ੋਰ ਹੋਣ ਕਰਕੇ ਟਿਊਸ਼ਨ ਦੀ ਲੋੜ ਸੀ, ਪਰ ਪੈਸੇ ਦੀ ਤੰਗੀ ਕਰਕੇ ਪ੍ਰਬੰਧ ਨਹੀਂ ਸੀ ਹੋ ਸਕਿਆ। ਇਸ ਕੰਮ ਨੂੰ केदार ਨੇ ਆਪੇ ਜਿੰਮਾ ਲੈ ਲਿਆ। ਉਹ ਰੋਜ਼ 1 ਘੰਟਾ ਸਵੇਰੇ ਤੇ 1 ਘੰਟਾ ਸ਼ਾਮੀ ਵੀਣਾ ਨੂੰ ਪੜ੍ਹਾਉਂਦਾ ਸੀ। ਅੱਜ ਸਵੇਰੇ ਜਿਸ ਵੇਲੇ ਉਹ ਆਪਣੇ ਕਮਰੇ ਵਿੱਚ ਬੈਠਾ ਵੀਣਾ ਨੂੰ ਪੜ੍ਹਾ ਰਿਹਾ ਸੀ, ਵੀਣਾ ਨੇ ਰੋਜ਼ ਵਾਂਗ ਫਿਰ ਪੰਨਾ ਲਾਲ ਦਾ ਕਿੱਸਾ ਛੇੜ ਦਿੱਤਾ। ਉਹ ਪੁੱਛ ਬੈਠੀ, ਮਾਸਟਰ ਜੀ, ਤੁਸਾਂ ਕਿਹਾ ਸੀ ਪਾਪਾ ਜੀ ਦੇ ਆਉਣ ਤੱਕ ਹੀ ਤੁਸੀਂ ਇੱਥੇ ਰਹੋਗੇ। ਮੈਂ ਪਾਪਾ ਜੀ ਨੂੰ ਕਹਾਂਗੀ ਕਿ ਤੁਹਾਨੂੰ ਨਾ ਜਾਣ ਦੇਵੇ। ਤੁਸੀਂ ਉਹਨਾਂ ਦੀ ਗੱਲ ਵੀ ਨਾ ਮੰਨੋਗੇ। ਜਿਉਂ-ਜਿਉਂ ਵੀਣਾ ਦੇ ਦਿਲ ਦੇ ਸਾਰੇ ਚਾਅ ਨਾਲ ਆਪਣੇ ਪਾਪਾ ਜੀ ਦੀਆਂ ਗੱਲਾਂ ਕਰਦੀ ਗਈ, केदार ਦੀਆਂ ਅੱਖਾਂ ਭਰਦੀਆਂ ਆਈਆਂ ਤੇ ਅਖੀਰ ਜਦ ਗੱਲ ਖਤਮ ਕਰਕੇ ਵੀਣਾ ਨੇ ਉਸ ਵੱਲ ਧਿਆਨ ਨਾਲ ਤੱਕਿਆ ਤਾਂ केदार ਫਿਸ ਗਿਆ। ਹਜ਼ਾਰ ਚਾਹੁੰਦਾ ਹੋਇਆ ਵੀ ਕਿ ਵੀਣਾ ਉਸਦੇ ਅਥਰੂਆਂ ਨੂੰ ਨਾ ਵੇਖੇ। ਉਹ ਇਹਨਾਂ ਨੂੰ ਲੁਕਾਉਣ ਵਿੱਚ ਅਜ ਕਾਮਯਾਬ ਨਾ ਹੋ ਸਕਿਆ। ਵੀਣਾ ਨੂੰ ਨਾ ਕੇਵਲ ਸਬਕ ਪੜ੍ਹਨਾ ਹੀ ਭੁੱਲ ਗਿਆ, ਸਗੋਂ ਉਸਦੇ ਆਪਣੇ ਅਥਰੂ ਵੀ ਫੁੱਟ ਨਿਕਲੇ। ਇਸ ਤੋਂ ਬਾਅਦ ਅੱਜ ਦੀ ਪੜ੍ਹਾਈ ਵੀਣਾ ਪਾਸੋਂ ਨਹੀਂ ਹੋ ਸਕੀ। ਭਾਵੇਂ केदार ਨੇ ਉਸਨੂੰ ਪੜ੍ਹਾਉਣ ਦੀ ਬੜੀ ਕੋਸ਼ਿਸ਼ ਕੀਤੀ। ਉਹ ਬਾਲਾਂ ਵਾਲੇ ਹੱਥ ਨਾਲ केदार ਦੇ ਖਹਿੜੇ ਪੈ ਗਈ ਕਿ ਉਹ ਰੋਣ ਦਾ ਕਾਰਨ ਦੱਸੇ, ਪਰ केदार ਅਖੀਰ ਤੱਕ ਟਾਲਦਾ ਰਿਹਾ। ਜਦ ਵੀਣਾ ਬਿਲਕੁਲ ਬੇਵੱਸ ਹੋ ਗਈ ਤਾਂ केदार ਦੇ ਰੋਕਦਿਆਂ ਵੀ ਉਹ ਕਿਤਾਬਾਂ ਸਮੇਟ ਕੇ ਘਰ ਵੱਲ ਤੁਰ ਪਈ ਤੇ ਜਾਂਦੀ ਹੋਈ ਕਹਿ ਗਈ, ਮੈਂ ਬੇਜੀ ਨੂੰ ਦੱਸਣੀ ਆ, ਜਾ ਕੇ ਆਪੇ ਪੁੱਛ ਲੈਣਗੇ ਤੁਹਾਡੇ ਕੋਲੋਂ। केदार ਨੇ ਪਿੱਛੋਂ ਬਥੇਰਾ ਕਿਹਾ, ਵੀਣਾ ਤੈਨੂੰ ਸਹੁੰ ਹੋਵੇ ਜੇ ਬੇਜੀ ਨੂੰ ਦੱਸੇ, ਪਰ ਵੀਣਾ ਨਹੀਂ ਟਲੀ ਤੇ ਉਸਨੇ ਜਾਂਦਿਆਂ ਹੀ ਮਾਂ ਨੂੰ ਦੱਸ ਦਿੱਤਾ। ਮਾਇਆ ਨੇ ਵੀਣਾ ਨੂੰ केदार ਨੂੰ ਬੁਲਾ ਲਿਆਉਣ ਲਈ ਉਸ ਵੱਲ ਤੋਰ ਦਿੱਤਾ। ਵੀਣਾ ਨੂੰ ਭੇਜ ਕੇ ਮਾਇਆ ਸੋਚੀ ਪੈ ਗਈ। ਉਸ ਦੇ ਰੋਣ ਦਾ ਕੀ ਸਬਬ ਹੋ ਸਕਦਾ ਹੈ? ਖਬਰੇ ਵਿਚਾਰਾਂ ਘਰ ਲਈ ਔਂਦਰਿਆ ਹੋਵੇਗਾ। ਕੋਈ ਬਹੁਤਾ ਸਿਆਣਾ ਵੀ ਤਾਂ ਨਹੀਂ, ਅਜੇ ਉਮਰ ਹੀ ਕੀ ਸੂ, ਜਾਂ ਖਬਰੇ ਸਾਡੇ ਵਾਂਗ ਉਹ ਵੀ ਘਰੋਗੀ ਤੰਗੀ ਜਾਂ ਕਿਸੇ ਹੋਰ ਵਜ੍ਹਾ ਕਰਕੇ ਦੁਖੀ ਹੋਵੇ। ਉਸਨੇ ਇੱਥੋਂ ਤੱਕ ਹੀ ਸੋਚਿਆ ਸੀ ਕਿ ਵੀਣਾ केदार ਨੂੰ ਬਾਹੋਂ ਖਿੱਚਦੀ ਹੋਈ ਅੰਦਰ ਆਈ। ਤੁਸਾਂ ਸੱਦਿਏ ਬੇਜੀ? केदार ਜਾਣਦਾ ਹੋਇਆ ਵੀ ਅਣਜਾਣ ਬਣ ਕੇ ਬੋਲਿਆ। ਹਾਂ ਜੀ, ਮੈਂ ਹੀ ਸੱਦਿਆ ਸੀ। ਦੱਸੋ ਕੀ ਕੰਮ ਸੀ? ਬੈਠ ਜਾਓ ਜ਼ਰਾ। ਤੇ ਵੀਣਾ ਦੌੜ ਕੇ ਪੀੜੀ ਚੁੱਕ ਲਿਆਏ। ਬਹਿਣ ਦੀ ਵਿਹਲ ਨਹੀਂ ਬੀਜੀ, ਦੁਕਾਨ ਦਾ ਵਕਤ ਹੋ ਗਿਆ ਹੈ। केदार ਨੇ ਖੜਿਆ ਕਿਹਾ। ਕੋਈ ਡਰ ਨਹੀਂ ਮਾਇਆ, ਦਾਈਏ ਪਰ ਹੱਠ ਵਿੱਚ ਬੋਲੀ, ਬਹੁਤਾ ਚਿਰ ਨਹੀਂ ਲੱਗਣਾ। केदार ਬੈਠ ਗਿਆ। ਦੱਸੋ? ਮੈਂ ਕਿਹਾ। ਮਾਇਆ ਗੱਲ ਚਲਾਉਣ ਦੀ ਵਿਉਂਤ ਵਿੱਚ ਸੋਚ ਕੇ ਬੋਲੀ, ਅੱਜ ਵੀਣਾ ਨੂੰ ਥੋੜਾ ਪੜ੍ਹਾਇਆ ਜੇ, ਹੁਣੇ ਤੇ ਜਾਂਦੀ ਪਈ ਏ ਤੇ ਹੁਣੇ ਮੁੜ ਵੀ ਆਈ। ਪੁੱਛ ਲਿਓ ਸੋ। ਮੈਂ ਤੇ ਬਥੇਰਾ ਕਿਹਾ, ਇਹ ਆਪ ਹੀ ਨਸ ਆਈ ਏ ਪੜ੍ਹਾਈ ਛੱਡ ਕੇ। ਨਸ ਨਾ ਆਉਣ ਤੇ ਹੋਰ ਕੀ ਕਰਦੀ? ਵੀਣਾ ਮੌਕਾ ਪਾ ਕੇ ਬੋਲੀ, ਆਪ ਤੇ ਤੁਸੀਂ ਰੋਣ ਡਏ ਸਾਂ, ਪੜ੍ਹਦੀ ਮੈਂ ਕਿਸ ਕੋਲੋਂ? केदार ਜਿਸ ਮੁਸੀਬਤ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ, ਅਖੀਰ ਉਹੀ ਪੇਸ਼ ਆ ਗਈ। ਉਹ ਨਿਮੋ ਝੁਣਾ ਹੋ ਕੇ ਬੈਠ ਗਿਆ। ਮਾਇਆ ਬੋਲੀ, ਸੱਚਮੁੱਚ ਭਰਾ ਜੀ, ਕੀ ਐਵੇਂ ਕਹਿਣ ਡਈ ਏ? केदार ਦੇ ਬੋਲਣ ਤੋਂ ਪਹਿਲਾਂ ਹੀ ਵੀਣਾ ਬੋਲ ਉੱਠੀ। 100 ਰੁਪਇਆ ਸ਼ਰਤ ਜੇ ਝੂਠ ਹੋਵੇ। ਤੁਸਾਂ ਰੋਏ ਨਹੀਂ ਸੋ ਮਾਸਟਰ ਜੀ, ਅੱਗੇ ਵੀ 2-3 ਵਾਰੀ ਮੈਂ ਤੁਹਾਨੂੰ ਵੇਖ ਚੁੱਕੀ ਹਾਂ, ਪੜ੍ਹਾਉਂਦੇ ਅੱਖਾਂ ਭਰ ਲੈਂਦੇ ਹੋ। ਛੁਟਕਾਰੇ ਦੀ ਸੂਰਤ ਨਾ ਵੇਖ ਕੇ केदार ਬੋਲਿਆ, ਰੋਇਆ ਸਾਂ। ਮਾਇਆ ਬੋਲੀ, ਕਿਉਂ? ਪਰ ਕੁਛ ਨਹੀਂ, ਐਵੇਂ ਨਹੀਂ ਭਰਾ ਜੀ, ਤੁਹਾਨੂੰ ਦੱਸਣਾ ਪਏਗਾ। ਮੈਨੂੰ ਆਪਣੀ ਮਾਤਾ ਜੀ ਦੀ ਯਾਦ ਆ ਗਈ ਸੀ। केदार ਏਦੋਂ ਚੰਗਾ ਬਹਾਨਾ ਨਾ ਕੱਢ ਸਕਿਆ। ਮਾਇਆ ਨੇ ਆਪਣੇ ਪ੍ਰਸ਼ਨ ਨੂੰ ਫੇਰ ਨਹੀਂ ਦੁਹਰਾਇਆ।
ਮਾਇਆ ਉਸ ਪਾਸੋਂ ਉਸਦੀ ਮਾਂ ਦੀ ਮੌਤ ਦਾ ਜ਼ਿਕਰ ਸੁਣ ਚੁੱਕੀ ਹੋਈ ਸੀ। ਉਸ ਦੇ ਦੁੱਖ ਵਿੱਚ ਭਿੱਜ ਕੇ ਠੰਡਾ ਸਾਹ ਭਰਦੀ ਹੋਏ ਬੋਲੀ, ਸੱਚ ਕਹਿੰਦੇ ਹੋ ਭਰਾ ਜੀ, ਮਾਂ ਪਿਓ ਵਰਗੀ ਮਿੱਠੀ ਚੀਜ਼ ਦੁਨੀਆ ਵਿੱਚ ਕੋਈ ਨਹੀਂ। ਮਾਪੇ ਮਿੱਟੀ ਦੇ ਨਹੀਂ ਮਾਣ, ਪਰ ਸਿਰ ਤੇ ਪਈਆਂ ਨੂੰ ਹਰ ਕੋਈ ਸਹਿ ਜਾਂਦਾ ਵੇ। ਵੀਣਾ ਦਾ ਪਾਪਾ ਕਦੀ-ਕਦੀ ਜਦ ਬਹੁਤਾ ਦੁਖੀ ਹੋ ਜਾਂਦਾ ਸੀ ਤਾਂ ਕਹਿੰਦਾ ਹੁੰਦਾ ਸੀ, ਵੀਣਾ ਦੀ ਮਾਂ, ਹੁਣ ਤੇ ਜਿਉਣ ਦਾ ਕੋਈ ਹੱਜ ਨਹੀਂ ਰਿਹਾ। ਦੁਸ਼ਮਣਾ ਇਉਂ ਹੋ ਜਾਵਾਂ, ਮਰ ਜਾਵਾਂ ਤਾਂ ਸਾਰੇ ਤਸੀਹਾਂ ਤੋਂ ਛੁੱਟ ਜਾਵਾਂ। ਤੇ ਮੈਂ ਆਖਣਾ, ਇਸ ਤਰ੍ਹਾਂ ਨਾ ਆਖੋ। ਮੈਂ ਤੇ ਕਹਿੰਦੀ ਆਂ ਮੇਰੀ ਉਮਰ ਵੀ ਤੁਹਾਨੂੰ ਮਿਲ ਜਾਵੇ। ਤੁਹਾਡੇ ਨਾਲ ਹੀ ਘਰ ਦੀ ਸਾਰੀ ਖੇਡ ਬਣੀ ਹੋਈ ਹੈ। ਉਹ ਜਾਣੇ ਔਖੇ ਰਹਿੰਦੇ ਆ, ਤੰਗ ਰਹਿੰਦੇ ਆ, ਬਾਲਾਂ ਨੂੰ ਇੰਨਾ ਹੌਸਲਾ ਹੈ ਨਾ ਪਈ ਸਾਡੇ ਸਿਰ ਤੇ ਮਾਪੇ ਬੈਠੇ ਹੋਏ ਨੇ। 1.25 ਮਹੀਨਾ ਹੋ ਗਿਆ ਨੇ ਤੇ ਘਰ ਦੇ ਭਾਂ ਦੀ ਹੇਠਲੀ ਉੱਤੇ ਆ ਗਈ ਏ। ਕਿਹੜਾ ਵੇਲਾ ਹੋਏ ਜੋ ਸੁਖੀ ਸਾਂਦੀ ਆਪਣੇ ਘਰ ਆਉਣ। ਪਲ ਪਲ ਵਏ ਜਿੱਡਾ ਬੀਤਦਾ ਏ। ਬਾਲਾਂ ਵਿਚਾਰੇ ਬਿਓਰੇ ਹੋਏ ਫਿਰਦੇ ਨੇ। ਰਾਤੀ ਸੁੱਤੇ ਵੀ ਪਾਪਾ ਜੀ ਬੜਾਉਂਦੇ ਰਹਿੰਦੇ ਨੇ। ਮਾਇਆ ਨੇ ਕਿਦਾਰ ਨੂੰ ਸੱਦਿਆ ਸੀ ਕਿ ਉਸ ਦੇ ਦੁੱਖ ਸੁਣਨ ਲਈ, ਪਰ ਉਸਨੇ ਦੁੱਖ ਨੂੰ ਦੂਰ ਕਰਦੀ ਉਹ ਆਪਣੇ ਹੀ ਕਿੱਸੇ ਛੇੜ ਬੈਠੀ। ਪਤੀ ਦੇ ਵਿਛੋੜੇ ਬਾਰੇ ਜਿੰਨੇ ਅੱਖਰ ਉਸ ਦੀ ਜ਼ੁਬਾਨੋਂ ਨਿਕਲਣੇ ਸਨ, ਇਹ ਸਾਰੇ ਕਿਦਾਰ ਦੀ ਆਤਮਾ ਨੂੰ ਜਿਵੇਂ ਪਲੂੰਧਰਦੇ ਜਾ ਰਹੇ ਸਨ। ਮਾਨੋ ਕੋਈ ਅਦਿੱਖ ਰੂਹ ਇੱਕ ਵਾਕ ਵਿੱਚ ਉਹਨੂੰ 100 ਸਰਾਪ ਦੇ ਰਹੀ ਸੀ। ਪਤੀ ਦੀ ਉਡੀਕ ਵਿੱਚ ਮਾਇਆ ਤਰਲੋਮਝੀ ਹੋ ਗਈ ਸੀ ਤੇ ਕਿਦਾਰ ਜਾਣਦਾ ਸੀ ਕਿ ਉਸਦਾ ਪਤੀ, ਜਿਹੜਾ ਸ਼ਾਇਦ ਕਿਸੇ ਹੋਰ ਦੁਨੀਆ ਦਾ ਵਾਸੀ ਬਣ ਚੁੱਕਾ ਹੈ, ਕਦੀ ਵੀ ਇਸ ਅਭਾਗਿਣੀ ਨੂੰ ਨਹੀਂ ਮਿਲ ਸਕੇਗਾ। ਉਸਨੂੰ ਆਪਣੇ ਆਪ ਪਾਸੋਂ ਗਿਲਾਨੀ ਆ ਰਹੀ ਸੀ। ਉਸਦੀ ਆਤਮਾ ਹਜ਼ਾਰਾਂ ਮਣ ਬੋਝ ਹੇਠ ਦਬਦੀ ਜਾ ਰਹੀ ਸੀ। ਘੜੀ ਮੁੜੀ ਉਸ ਦੇ ਅੰਦਰ ਸਵਾਲ ਉੱਠਦਾ ਸੀ, ਕਿੰਨਾ ਕੁ ਚਿਰ ਮੈਂ ਇਸ ਬਦਨਸੀਬ ਟੱਬਰ ਨੂੰ ਧੋਖੇ ਵਿੱਚ ਰੱਖਾਂਗਾ। ਕੀ ਇਹਨਾਂ ਦੇ ਘਰ ਵਿੱਚ ਲੱਗੀ ਹੋਈ ਅੱਗ ਨੂੰ ਮੈਂ ਰੂੰ ਹੇਠ ਦਬਾਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹਾਂ? ਪਰ ਜਦੋਂ ਇਹ ਭੇਦ ਖੁੱਲੇਗਾ ਉਦੋਂ ਫਿਰ ਇਹਨਾਂ ਦੀ ਕੀ ਹਾਲਤ ਹੋਏਗੀ? ਕਿਉਂ ਨਾ ਮੈਂ ਇਸ ਭੇਦ ਨੂੰ ਹੁਣੇ ਖੋਲ੍ਹ ਦਿਆਂ। ਕੀ ਇਸ ਦੇ ਨੰ੍ਹੇ ਬੱਚਿਆਂ ਨੂੰ ਯਤੀਮ ਬਣਾਉਣ ਦਾ ਅਪਰਾਧੀ ਮੈਂ ਨਹੀਂ ਹਾਂ? ਇੱਕ ਅਪਰਾਧੀ ਤੇ ਦੂਜਾ ਧੋਖੇਬਾਜ਼। ਲਾਹਨਤ ਹੈ ਮੇਰੇ ਜੀਉਣ ਨੂੰ। ਕੀ ਮੈਂ ਸੱਪ ਬਣ ਕੇ ਇਸ ਤੀਵੀਂ ਦੀ ਬੁੱਕਲ ਵਿੱਚ ਨਹੀਂ ਲੁਕਿਆ ਬੈਠਾ? ਜਿਉਂ ਹੀ ਪਾਜ ਖੁੱਲ੍ਹਣ ਤੇ ਇਸ ਨੂੰ ਮੇਰੀਆਂ ਕਰਤੂਤਾਂ ਦਾ ਪਤਾ ਲੱਗੇਗਾ, ਇਹ ਨਫ਼ਰਤ ਦੇ ਤੀਰਾਂ ਨਾਲ ਮੇਰੀ ਨਾੜ ਵਿੰਨ੍ਹ ਸੁੱਟੇਗੀ। ਜਿਸ ਨੇ ਸ਼ਰਾਬ ਦੇ ਸੇਕ ਨਾਲ ਮੈਂ ਸੜ ਕੇ ਸੁਆਹ ਹੋ ਜਾਵਾਂਗਾ। ਆਹ ਪਰਮਾਤਮਾ, ਕੀ ਮੇਰੇ ਪਾਪ ਦਾ ਕੋਈ ਪ੍ਰਾਸ਼ਚਿਤ ਹੈ? ਮਾਇਆ ਦੀਆਂ ਉਪਰੋਕਤ ਗੱਲਾਂ ਸੁਣਨ ਦੇ ਨਾਲ ਹੀ ਕਿਦਾਰ ਦੇ ਦਿਮਾਗ ਵਿੱਚ ਇਹੋ ਜਿਹੇ ਬੇਓੜ ਖਿਆਲ ਫਿਰਦੇ ਜਾ ਰਹੇ ਸਨ। ਮਾਇਆ ਦੇ ਸਾਹਮਣੇ ਬੈਠਾ ਉਹ ਆਪਣੇ ਆਪ ਨੂੰ ਇੱਕ ਭਾਰੀ ਮਜਰਮ ਦੇ ਰੂਪ ਵਿੱਚ ਅਨੁਭਵ ਕਰ ਰਿਹਾ ਸੀ। ਉਸ ਦੀਆਂ ਨਾੜਾਂ ਵਿੱਚ ਜਿਵੇਂ ਲਹੂ ਦੀ ਥਾਂ ਤੇ ਤੇਜ਼ਾਬ ਦੌੜ ਰਿਹਾ ਸੀ। ਕਿਦਾਰ ਦੀਆਂ ਅੱਖਾਂ ਵਿੱਚ ਇਸ ਵੇਲੇ ਅੱਥਰੂਆਂ ਦਾ ਟੁਬਟੁਬਾ ਰਹੀਆਂ ਸਨ। ਤੁਸਾਂ ਫਿਰ ਰੋ ਰਹੇ ਹੋ? ਮਾਇਆ ਨੇ ਆਪਣੀ ਗੱਲ ਖਤਮ ਕਰਨ ਤੋਂ ਬਾਅਦ ਉਸਦੇ ਚਿਹਰੇ ਵੱਲ ਤੱਕ ਕੇ ਪੁੱਛਿਆ। ਕਿਦਾਰ ਨੇ ਤਾਂ ਉਸਦੀ ਪੁੱਛ ਦਾ ਕੋਈ ਉੱਤਰ ਨਾ ਦਿੱਤਾ, ਪਰ ਮਾਇਆ ਦਾ ਦਿਲ ਅੰਦਰੋਂ ਬੋਲ ਉੱਠਿਆ, ਆਹ ਵਿਚਾਰਾ ਮਾਂ ਮਹੀਟਰ, ਕਾਸ਼ ਮੈਂ ਮਾਂ ਬਣ ਕੇ ਇਸ ਦੇ ਦਿਲ ਵਿੱਚ ਪਏ ਟੋਏ ਨੂੰ ਭਰ ਸਕਦੀ। ਕਿਦਾਰ ਨੂੰ ਅੱਖੀਂ ਚੁੱਕਿਆ ਤੇ ਉਸ ਦੀਆਂ ਗੱਲਾਂ ਉੱਤੇ ਤੁਰਦੇ ਹੰਝੂਆਂ ਨੂੰ ਮਾਇਆ ਨੇ ਇੱਕ ਵਾਰੀ ਫੇਰ ਤੱਕਿਆ ਤੇ ਤੱਕਦਿਆਂ ਹੀ ਉਸ ਦੀਆਂ ਅੱਖਾਂ ਛਲਕ ਪਈਆਂ। ਉਸਨੇ ਕਿਦਾਰ ਦਾ ਇੱਕ ਓਪਰੇ ਗੱਭਰੂ ਦਾ ਮੋਢਾ ਫੜ ਕੇ ਕਿਹਾ, ਮਾਪੇ ਕਦੇ ਕਿਸੇ ਦੇ ਸਾਰੀ ਉਮਰ ਨਾਲ ਨਿਭਦੇ ਨੇ? ਇਸ ਦੇ ਉੱਤਰ ਵਿੱਚ ਕਿਦਾਰ ਦਾ ਦਿਲ ਕਹਿ ਰਿਹਾ ਸੀ, ਜੇ ਇਹ ਸ਼ਬਦ ਮੈਂ ਵੀਣਾ ਨੂੰ ਕਹਾਂ ਤੇ ਨਾਲ ਹੀ ਉਸ ਨੂੰ ਇਹ ਵੀ ਦੱਸਾਂ ਕਿ ਵੀਣਾ ਤੇਰੇ ਪਿਓ ਦਾ ਖੂਨੀ ਇਸ ਵੇਲੇ ਤੈਨੂੰ ਕਹਿ ਰਿਹਾ ਹੈ ਕਿ ਮਾਪੇ ਸਾਰੀ ਉਮਰ ਨਾਲ ਨਹੀਂ ਨਿਭਦੇ, ਤਾਂ ਉਸਦਾ ਕੀ ਹਾਲ ਹੋਏਗਾ? ਕਿਦਾਰ ਨੇ ਅੱਖਾਂ ਹੋਰ ਉਚੇਰੀਆਂ ਕਰਕੇ ਪਰਾਂ ਖੜੋਤੀ ਵੀਣਾ ਵੱਲ ਤੱਕਿਆ। ਤੱਕਦਿਆਂ ਹੀ ਜਿਵੇਂ
ਕਿਸੇ ਐਸੇ ਬੋਝ ਨਾਲ ਉਸ ਦੀਆਂ ਅੱਖਾਂ ਫੇਰ ਝੁਕ ਗਈਆਂ। ਅੱਥਰੂ ਬੰਦ ਹੋਣ ਦੀ ਥਾਂ ਹੋਰ ਤੇਜ਼ ਹੋ ਕੇ ਵਹਿ ਨਿਕਲੇ। ਮਾਇਆ ਨੇ ਉਸ ਦਾ ਦੂਜਾ ਮੋਢਾ ਫੜ ਲਿਆ ਤੇ ਦੋਹਾਂ ਮੋਢਿਆਂ ਨੂੰ ਥੋੜਾ ਜਿਹਾ ਆਪਣੇ ਵੱਲ ਖਿੱਚਦੀ ਹੋਈ ਬੋਲੀ, ਤੁਸੀਂ ਮੈਨੂੰ ਹੀ ਮਾਂ ਸਮਝ ਵੱਡੋ, ਛੱਡੋ, ਰੋ ਨਾ। ਇੱਕ ਨਿੱਘੇ ਸਪਰਸ਼ ਨੇ ਤੇ ਇਸ ਮਮਤਾ ਭਰੇ ਬੋਲ ਨੇ ਕਿਦਾਰ ਦੀ ਖੱਲੜੀ ਵਿੱਚ ਮਿੱਠੀ ਮਿੱਠੀ ਚੁਣਚੁਣੀ ਪੈਦਾ ਕਰ ਦਿੱਤੀ। ਅਚਿੱਤੇ ਹੀ ਉਸ ਦੇ ਦੋਵੇਂ ਹੱਥ ਮਾਇਆ ਦੇ ਗਰਦਨ ਤੱਕ ਜਾ ਛੋਏ। ਇੱਕ ਓਪਰੀ ਜਨਾਨੀ ਦੀ ਗਰਦਨ ਤੱਕ ਕਿਦਾਰ ਦੀਆਂ ਅੱਖਾਂ ਬੰਦ ਸਨ। ਉਸ ਦੀ ਆਤਮਾ ਵਿੱਚੋਂ ਪ੍ਰਸ਼ਨ ਉੱਠ ਰਿਹਾ ਸੀ ਕਿ ਸੱਚਮੁੱਚ ਤੂੰ ਮੇਰੀ ਮਾਂ ਹੈ। ਅੱਥਰੂ ਹੋਰ ਤੇਜ਼ ਹੋ ਗਏ। ਇੱਧਰ ਮਾਇਆ ਦੇ ਹਿਰਦੇ ਵਿੱਚ ਮਾਂ ਪੁਣਾ ਪੂਰੀ ਤਰ੍ਹਾਂ ਜਾਗ ਚੁੱਕਾ ਸੀ। ਉਹ ਇੱਕ ਵਾਰਗੀ ਭੁੱਲ ਗਈ ਸੀ ਕਿ ਕਿਦਾਰ ਬੇਗਾਨੀ ਸੰਤਾਨ ਹੈ। ਉਸ ਨੇ ਬੇਅਖਤਿਆਰ ਉਸ ਨੂੰ ਦੋਹਾਂ ਬਾਹਾਂ ਵਿੱਚ ਘੁੱਟਿਆ ਹੋਇਆ ਸੀ ਤੇ ਉਸ ਦੀ ਪਿੱਠ ਨੂੰ ਪਲੋਸਦੀ ਰਹੀ। ਦੋਵੇਂ ਆਤਮਾ ਨੇ ਨੇੜੇ ਹੁੰਦਿਆਂ ਹੁੰਦਿਆਂ ਅਭੇਦ ਦੀ ਹੱਦ ਤੇ ਆ ਖਲੋਤੀਆਂ। ਵਾਤਸਲ ਦੇ ਗੂੜੇ ਰੰਗ ਵਿੱਚ ਰੰਗੀ ਹੋਈ ਮਾਇਆ ਜਿਨਸੀ ਭੇਦਭਾਵ ਤੋਂ ਉੱਚੀ ਹੋ ਕੇ ਮਾਤਪੁਣੀ ਦੀ ਉਸ ਅਰਸੀ ਚੋਟੀ ਤੇ ਖੜੀ ਸੀ ਜਿਸ ਦੇ ਦੁਆਲੇ ਖੰਡਾਂ ਬ੍ਰਹਿਮੰਡਾਂ ਦੀਆਂ ਉੱਚ ਹਸਤੀਆਂ ਉਸ ਨੂੰ ਪ੍ਰਣਾਮ ਕਰ ਰਹੀਆਂ ਸਨ। ਮਾਇਆ ਇਸ ਵੇਲੇ ਇਸਤਰੀ ਤੋਂ ਅਗਾਂਹ ਵਧ ਕੇ ਜਗਤ ਜਨਨੀ ਦੇ ਰੂਪ ਵਿੱਚ ਵਟ ਚੁੱਕੀ ਸੀ, ਜਦਕਿ ਇੱਕ ਬਗਾਨਾ ਪੁੱਤਰ ਉਸ ਦੀ ਛਾਤੀ ਨਾਲ ਸੀ ਤੇ ਮਾਇਆ ਨੇ ਦੋ ਮੁਤਬਰਕ ਅੰਮ੍ਰਿਤ ਸੋਮਿਆਂ ਵਿੱਚ ਦੁੱਧ ਸੁਲਕ ਰਿਹਾ ਸੀ। ਮਾਇਆ ਉਸ ਵੇਲੇ ਉਹ ਪੂਜਨੀਕ ਹਸਤੀ ਸੀ ਜਿਸ ਦਾ ਸਿਜਦਾ ਕੀਤਿਆਂ ਕਰੋੜਾਂ ਪਾਪ ਨਸ਼ਟ ਹੋ ਜਾਣ ਤੇ ਜਿਸ ਦੇ ਸਰਾਪ ਨਾਲ ਸਾਰਾ ਬ੍ਰਹਮਾਂਡ ਭਸਮ ਹੋ ਜਾਵੇ। ਉਹ ਮਰਦ ਬੱਚਾ, ਉਸ ਸਦੀਵੀ ਇਸਤਰੀ ਦਾ ਬਾਲਕ ਕਿਦਾਰ ਭੁੱਲ ਗਿਆ ਕਿ ਇਸ ਵੇਲੇ ਉਹ ਕਿਸ ਦੀ ਛਾਤੀ ਨਾਲ ਹੈ, ਮਾਂ ਦੀ ਜਾਂ ਉਸ ਦੀ ਜਿਸ ਦੇ ਸਰੀਰ ਨਾਲ ਛੋਹਣਾ ਵੀ ਉਸ ਲਈ ਅਣਹੋਣੀ ਗੱਲ ਸੀ। ਉਸ ਨੇ ਮਾਇਆ ਨੂੰ ਘੁੱਟ ਲਿਆ। ਉਸ ਦਾ ਸਰੀਰ ਜਿਹੜਾ ਅਜੇ ਤੱਕ ਮਾਇਆ ਦੀ ਇੱਕ ਨਾਲ ਸੀ, ਅੱਥਰੂਆਂ ਨਾਲ ਉਸ ਨੇ ਹਟਕੋਰਿਆਂ ਵਿੱਚੋਂ ਮੈਂ ਮਾਂ ਮਾਂ ਸ਼ਬਦ ਵਾਰ-ਵਾਰ ਇੱਕ ਅਵਾਣੇ ਬੱਚੇ ਵਾਂਗ ਨਿਕਲ ਰਿਹਾ ਸੀ। ਉੱਧਰ ਵੀਣਾ ਸਿਰ ਤੇ ਖੜੀ ਇਸ ਅਨੋਖੇ ਦ੍ਰਿਸ਼ ਨੂੰ ਵੇਖ ਕੇ ਵਿਸਮੈ ਦੀ ਵਾਦੀ ਵਿੱਚ ਗੁਆਚੀ ਹੋਈ ਸੀ। ਉਸ ਦੀਆਂ ਅੱਖਾਂ ਚੋਂ ਤ੍ਰਿਪ ਤ੍ਰਿਪ ਹੰਝੂ ਵਹਿ ਰਹੇ ਸਨ। ਕਮਰੇ ਵਿੱਚੋਂ ਇੱਕ ਵਿਸਮਾਦੀ ਜਿਹੀ ਹਾਲਤ ਛਾਈ ਹੋਈ ਸੀ। ਅਖੀਰ ਚਾਰੇ ਬਾਹਾਂ ਨਿਖੜੀਆਂ ਬਿਨਾਂ ਇੱਕ ਵੀ ਸ਼ਬਦ ਮੂੰਹੋਂ ਕਿਹਾ ਮਾਇਆ ਕਿਸੇ ਖਾਮੋਸ਼ ਬੋਲੀ ਵਿੱਚ ਕਿਦਾਰ ਨੂੰ ਕਹਿ ਰਹੀ ਸੀ, ਕਿਦਾਰ, ਕੀ ਮੈਂ ਤੇਰੀ ਮਾਂ ਦੀ ਘਾਟ ਪੂਰੀ ਨਹੀਂ ਕਰ ਸਕਦੀ? ਤੇ ਸ਼ਾਇਦ ਕਿਦਾਰ ਦੀ ਆਤਮਾ ਵੀ ਬਰਾਬਰ ਇਸੇ ਤਰ੍ਹਾਂ ਦਾ ਪ੍ਰਸ਼ਨ ਕਰ ਰਹੀ ਸੀ, ਉਹ ਬੇਗਾਨੀ ਮਾਂ ਕੀ ਇਸ ਓਪਰੇ ਪੁੱਤਰ ਨੂੰ ਸੱਚਮੁੱਚ ਅਪਣਾ ਸਕੇਗੀ? ਦੋਸਤੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।